ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਂਦ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਕਰਦਾ ਹਾਂ। ਦਰਸ਼ਕੋ, ਜਿੱਦਾਂ ਕਿ ਆਪ ਜੀ ਸਾਰੇ ਜਾਣਦੇ ਹੋ, ਆਪਾਂ ਪਿਛਲੇ 3-4 ਦਿਨ ਤੋਂ ਕੰਟੀਨਿਊਸਲੀ ਹੀ ਇੱਕ ਟੌਪਿਕ ਦੇ ਉੱਤੇ ਚਰਚਾਵਾਂ ਕਰ ਰਹੇ ਹਾਂ ਅਤੇ ਸਾਰਿਆਂ ਦੇ ਓਪੀਨੀਅਨ ਉਸ ਕੇਸ ਨੂੰ ਲੈ ਕੇ ਲੈ ਰਹੇ ਹਾਂ, ਜਿਹੜਾ ਕਿ ਕਸ਼ਮੀਰ ਬਾਰਾਮੂਲੇ ਵਿਖੇ ਹੋਇਆ ਹੈ ਸਾਡੇ ਈਆਰ ਗੁਰਮੀਤ ਸਿੰਘ ਜੀ ਹੋਰਾਂ ਦੇ ਨਾਲ, ਜਿਹੜੇ ਕਿ ਲਾਪਤਾ ਹੁੰਦੇ ਨੇ 3-4 ਦਿਨ ਤੱਕ। ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਡੈੱਡ ਬਾਡੀ ਰਿਵਰ ਤੋਂ ਮਿਲਦੀ ਹੈ। ਇੱਕ ਐਸਾ ਮੁੱਦਾ ਜਿਹੜਾ ਮੈਨੂੰ ਲੱਗਦਾ ਹੈ ਕਿ ਪਿਛਲੇ 10-15 ਸਾਲ ਤੋਂ, ਜਦੋਂ 90s ਤੋਂ ਬਾਅਦ ਚਿੱਟੀ ਸਿੰਘਪੁਰਾ ਕਾਂਡ ਹੋਇਆ ਸੀ, ਉਸ ਤੋਂ ਬਾਅਦ ਕਾਫੀ ਲੰਬੇ ਅਰਸੇ ਦੇ ਵਿੱਚ ਇਹ ਚੀਜ਼ਾਂ ਛੋਟੇ ਸ਼ਾਰਟ ਟਾਈਮ ਦੇ ਵਿੱਚ ਹੁੰਦੀਆਂ ਜਾ ਰਹੀਆਂ। ਇਸ ਦੇ ਉੱਤੇ ਸਾਨੂੰ ਸੋਚਣਾ ਬੇहद ਜ਼ਰੂਰੀ ਹੈ। ਤੇ ਤੁਸੀਂ ਹੋਂਦ ਚੈਨਲ ਦੇ ਉੱਤੇ ਵੀ ਵੇਖ ਰਹੇ ਸੋ ਤੇ ਸਾਡੀ ਹਰਲੀਨ ਭੈਣ ਤੇ ਸਨੀ ਵੀਰ ਜੀ ਤੁਹਾਡੇ ਤੱਕ ਫੁਟੇਜ ਲਾਈਵ ਵੀ ਪਹੁੰਚਾ ਰਹੇ ਸਨ ਸਾਡੇ ਹੋਂਦ ਚੈਨਲ ਦੇ ਉੱਤੇ। ਤੇ ਆਪਾਂ ਕੋਸ਼ਿਸ਼ ਕੀਤੀ ਕਿ ਜਿੰਨੇ ਵੀ ਨੁਮਾਇੰਦੇ ਸਾਡੇ ਜੰਮੂ ਰੀਜਨ ਦੇ ਵਿੱਚ ਹੈਗੇ ਨੇ ਜਾਂ ਤੇ ਫਿਰ ਕਸ਼ਮੀਰ ਰੀਜਨ ਦੇ ਹੈਗੇ ਨੇ, ਉਹਨਾਂ ਤੱਕ ਆਪਾਂ ਪਹੁੰਚ ਕਰੀਏ ਔਰ ਗੱਲਬਾਤ ਉਹਨਾਂ ਤੱਕ ਸਾਂਝੀ ਕਰੀਏ ਸਾਰੇ ਹੋਂਦ ਚੈਨਲ ਦੇ ਪਰਿਵਾਰ ਦੇ ਨਾਲ, ਤਾਂ ਕਿ ਸਾਰੇ ਇੱਕ ਪਲੇਟਫਾਰਮ ਤੇ ਆ ਕੇ ਇੱਕ ਆਵਾਜ਼ ਬੁਲੰਦ ਕਰ ਸਕੀਏ, ਤਾਂ ਕਿ ਇਨ ਕੇਸਾਂ ਦੇ ਉੱਤੇ ਠੱਲ ਪਾਈ ਜਾ ਸਕੇ। ਜੀ ਹਾਂ ਦਰਸ਼ਕੋ, ਮੈਨੂੰ ਲੱਗਦਾ ਕਿ ਹੁਣ ਇਸ ਮਸਲੇ ਦੇ ਉੱਤੇ ਗੱਲਬਾਤ ਸਾਨੂੰ ਓਪੀਨੀਅਨ ਤੌਰ ਤੇ ਓਪੀਨੀਅਨ ਸਭ ਦੀ ਲੈਣ ਦੀ ਵੀ ਜ਼ਰੂਰਤ ਹੈ ਔਰ ਇੱਕ ਪਲੇਟਫਾਰਮ ਦੇ ਉੱਤੇ ਰੱਖਣ ਦੀ ਵੀ ਜ਼ਰੂਰਤ ਹੈ, ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਅੱਗੇ ਆਉਣ ਵਾਲੇ ਵਕਤ ਦੇ ਵਿੱਚ ਵੀ ਐਸੀ ਵਾਰਦਾਤਾਂ ਹੁੰਦੀ ਰਹਿਣ। ਤੇ ਇਸੀ ਮਸਲੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਅੱਜ ਸਾਡੇ ਨਾਲ ਸਪੈਸ਼ਲੀ ਤੌਰ ਤੇ ਜੁੜੇ ਨੇ ਸਾਡੀ ਭੈਣ ਜਗਮੀਤ ਕੌਰ ਬਾਲੀ ਜੀ। ਇੱਕ ਛੋਟੀ ਜੀ ਪਹਿਲੇ ਉਹਨਾਂ ਦੀ ਇੰਟਰੋਡਕਸ਼ਨ ਤੁਹਾਨੂੰ ਦੇ ਦਿੰਦਾ। ਪ੍ਰੈਜ਼ੀਡੈਂਟ ਹੈਗੇ ਨੇ ਆਲ ਸਿੱਖ ਮਾਈਨੋਰਿਟੀ ਇੰਪਲੋਇਜ਼ ਐਸੋਸੀਏਸ਼ਨ ਜੰਮੂ ਐਂਡ ਕਸ਼ਮੀਰ, ਚੇਅਰਪਰਸਨ ਹੈਗੇ ਨੇ ਆਲ ਇੰਪਲੋਇਜ਼ ਜੁਆਇੰਟ ਐਸੋਸੀਏਸ਼ਨ ਕਸ਼ਮੀਰ ਅਤੇ ਮਾਈਨੋਰਿਟੀ ਪ੍ਰੈਜ਼ੀਡੈਂਟ ਐਂਡ J&K ਇੰਪਲੋਇਜ਼ ਕੋਆਰਡੀਨੇਸ਼ਨ ਕਮੇਟੀ ਦੇ। ਸਭ ਤੋਂ ਪਹਿਲੇ ਤੇ ਮੈਂ ਭੈਣ ਜੀ ਤੁਹਾਨੂੰ ਜੀ ਆਇਆਂ ਨੂੰ ਕਰਦਾ ਹੋਂਦ ਚੈਨਲ ਦੇ ਉੱਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਭੈਣ ਜੀ, ਜਿਸ ਤਰ੍ਹਾਂ ਮੈਂ ਕਹਿ ਰਿਹਾ ਸੀ ਕਿ ਐਸੀ ਵਾਰਦਾਤਾਂ 90s ਤੋਂ ਬਾਅਦ ਜਦੋਂ ਦੇਖਣ ਨੂੰ ਆਇਆ ਕਿ ਐਸੇ ਹਾਲਾਤ ਜਿਹੜੀ ਸੁਸਾਇਟੀ ਦੇ ਵਿੱਚ ਕ੍ਰੀਏਟ ਕਰਨ ਦੀ ਕੋਸ਼ਿਸ਼, ਮੈਨੂੰ ਤਾਂ ਲੱਗਦਾ ਹੈ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਜਦੋਂ ਇੱਕ ਅੱਛੀ ਪੋਸਟ ਦੇ ਉੱਤੇ ਬੈਠਾ ਹੋਇਆ, ਪਹਿਲੇ ਤੇ ਯਕੀਨੀ ਤੌਰ ਤੇ ਘੱਟ ਸਾਨੂੰ ਵੇਖਣ ਨੂੰ ਮਿਲਦਾ ਨਾ, ਜਦੋਂ ਇੱਕ ਐਸੀ ਪੋਜੀਸ਼ਨ ਦੇ ਉੱਤੇ ਸਿੱਖ ਕਮਿਊਨਿਟੀ ਦੇ ਕੋਈ ਨੁਮਾਇੰਦੇ ਜਾਂ ਮਾਈਨੋਰਿਟੀ ਕਮਿਊਨਿਟੀਜ਼ ਨੂੰ ਰਿਪਰੈਜ਼ੈਂਟ ਕਰਨ ਵਾਲੇ ਐਸੀ ਪੋਸਟਾਂ ਤੇ ਬੈਠੇ ਹੋਣ, ਫਿਰ ਐਸੀ ਅਨਹੋਣੀ ਘਟਨਾਵਾਂ ਜਿਹੜੀਆਂ ਵੱਧ ਜਾਂਦੀਆਂ ਸਾਡੀ ਸੁਸਾਇਟੀ ਦੇ ਵਿੱਚ, ਜਿਹੜੀ ਕਿਧਰੇ ਨਾ ਕਿਧਰੇ ਕੁਐਸਚਨ ਵੀ ਮਾਰਕ ਕਰਦੀ ਹੈ ਤੇ ਐਡਮਿਨਿਸਟ੍ਰੇਸ਼ਨ ਦੇ ਉੱਤੇ ਵੀ ਕਾਫੀ ਜਿਹੜੇ ਸਵਾਲ ਪੈਦਾ ਕਰ ਦਿੰਦੀ ਹੈ। ਸਭ ਤੋਂ ਪਹਿਲੇ ਤੇ ਜੀ ਆਇਆਂ ਨੂੰ ਕਰਦਾ ਇਸ ਮੈਟਰ ਦੇ ਉੱਤੇ। ਸਭ ਤੋਂ ਪਹਿਲੇ ਮੈਂ ਚਾਹਾਂਗਾ ਕਿ ਛੋਟੀ ਜਿਹੀ ਇੰਟਰੋਡਕਸ਼ਨ ਤੁਸੀਂ ਦੇ ਦਿਓ, ਤਾਂ ਕਿ ਜਿਹੜੇ ਦਰਸ਼ਕ ਸਾਡੇ ਤੱਕ ਪੁੱਜੇ ਹਨ ਉਹਨਾਂ ਤੱਕ ਵੀ ਇਹ ਜਿਹੜੀ ਆਵਾਜ਼ ਪੁੱਜ ਸਕੇ। ਜੀ ਭੈਣ ਜੀ। ਵੀਰ ਜੀ, ਜਿੱਦਾਂ ਤੁਸੀਂ ਜਾਣਦੇ ਹੋ ਤੇ ਥਰੂ ਆਊਟ ਕੰਟਰੀ ਲੋਕ ਇਹ ਜਾਣਦੇ ਨੇ ਕਿ ਜੰਮੂ ਕਸ਼ਮੀਰ ਦੇ 25 ਅਗਸਤ ਨੂੰ ਇੱਕ ਹਾਦਸਾ ਪੇਸ਼ ਆਇਆ। ਐਸਾ ਹਾਦਸਾ ਜਿਹਦਾ ਅਸਰ ਇਤਨਾ ਜ਼ਿਆਦਾ ਸਾਡੀ ਕਮਿਊਨਿਟੀ ਤੇ ਹੈ ਕਿ ਅਸੀਂ ਹਜੇ ਵੀ ਉਸ ਸ਼ੌਕ ਚੋਂ ਬਾਹਰ ਨਹੀਂ ਆ ਰਹੇ। ਸਾਡੇ ਵੀਰ ਸਰਦਾਰ ਗੁਰਮੀਤ ਸਿੰਘ ਜੀ, ਜਿਹੜੇ ਇੱਕ ਇੰਜੀਨੀਅਰ ਸਨ ਤੇ ਇੱਕ ਪ੍ਰਾਈਮ ਪੋਜੀਸ਼ਨ ਹੋਲਡ ਕਰਦੇ ਸਨ ਜੰਮੂ ਕਸ਼ਮੀਰ ਦੇ R&B ਡਿਪਾਰਟਮੈਂਟ 'ਚ। ਉਹਨਾਂ ਦੀ ਪੋਸਟਿੰਗ ਬਾਰਾਮੂਲਾ 'ਚ ਸੀ ਤੇ ਉਹ ਐਜ਼ ਯੂਜੂਅਲ ਜਿੱਦਾਂ ਰੋਜ਼ ਆਫਿਸ ਜਾਂਦੇ ਸਨ, ਉਸ ਤਰ੍ਹਾਂ ਆਫਿਸ ਗਏ। ਜਿਹੜਾ ਉਹਨਾਂ ਦਾ ਰੋਜ਼ ਦਾ ਰੂਟੀਨ ਸੀ ਉਹ ਫੋਲੋ ਕੀਤਾ। ਉਹਨਾਂ ਨੇ ਮੀਟਿੰਗ ਅਟੈਂਡ ਕੀਤੀ। ਲਾਸਟ ਮੀਟਿੰਗ ਉਹਨਾਂ ਨੇ ਡਾਕ ਬੰਗਲੋ ਬਾਰਾਮੂਲਾ ਅਟੈਂਡ ਕੀਤੀ ਤੇ ਉਸ ਮੀਟਿੰਗ ਵਿੱਚ ਸਾਡੇ ਬੜੇ ਅਹੁਦੇਦਾਰ, ਜਿਹੜੇ ਸਾਡੇ DC ਬਾਰਾਮੂਲਾ ਤੇ ਹੋਰ ਆਫਿਸਰ ਸਨ, ਉਹ ਮੀਟਿੰਗ ਅਟੈਂਡ ਕਰਕੇ ਉਸ ਤੋਂ ਬਾਅਦ ਉਹ ਘਰ ਆਏ। ਘਰ ਉਹਨਾਂ ਨੇ ਚਾਹ ਕੱਪ ਪੀਤਾ ਤੇ ਉਸ ਤੋਂ ਬਾਅਦ ਫਿਰ ਉਹ ਨਿਕਲੇ, ਇਹ ਕਹਿ ਕੇ ਆਪਣੀ ਮਿਸਿਸ ਨੂੰ ਕਿ ਉਹ ਫਿਰ ਤੋਂ ਆਫਿਸ ਦੇ ਹੀ ਕਿਸੇ ਕੰਮ ਤੇ ਬਾਹਰ ਜਾ ਰਹੇ ਨੇ। ਅਨਫੋਰਚੂਨੇਟਲੀ ਸ਼ਾਮ ਤੱਕ ਜਦੋਂ ਉਹਨਾਂ ਦੀ ਰਿਪੋਰਟ ਕੋਈ ਵਾਪਸ ਆਉਣ ਦਾ, ਉਹਨਾਂ ਦਾ ਫੋਨ ਵਰਕਿੰਗ ਕੰਡੀਸ਼ਨ ਵਿੱਚ ਨਹੀਂ ਰਿਹਾ। ਉਹਨਾਂ ਦੀ ਫੈਮਿਲੀ ਨੇ ਉਹਨਾਂ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹ ਕਿਤੇ ਲੋਕੇਟ ਨਹੀਂ ਹੋ ਪਾ ਰਹੇ ਸਨ। ਤੇ ਉਹਨਾਂ ਦੀ ਵਾਈਫ, ਉਹਨਾਂ ਦੇ ਬੱਚਿਆਂ ਨੇ ਉਹਨਾਂ ਨੂੰ ਢੂੰਢਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਇੱਧਰ ਉੱਧਰ ਫੋਨ ਘੁਮਾਏ ਤੇ ਅਨਫੋਰਚੂਨੇਟਲੀ ਉਹ ਸਾਰਾ ਕੁਝ ਜੋ ਵੀ ਉਹਨਾਂ ਨੇ ਕੀਤਾ ਉਹ ਕਿਤੇ ਵੀ ਨਹੀਂ ਪਹੁੰਚਿਆ। ਹਾਰ ਕੇ ਸਾਨੂੰ ਇਹ ਲੱਗਿਆ ਕਿ ਪਹਿਲੇ ਉਹਨਾਂ ਨੂੰ ਇਹ ਲੱਗਿਆ ਹੋਣਾ ਕਿ ਕਿਤੇ ਆਫੀਸ਼ੀਅਲ ਕੰਮ ਤੇ ਬਿਜ਼ੀ ਹਨ, ਬਟ ਲੇਟਰ ਔਨ ਇਹ ਕਨਕਲੂਜਨ ਮਿਲਿਆ ਸਾਨੂੰ ਕਿ ਸਾਡੇ ਵੀਰ ਮਿਸਿੰਗ ਨੇ। ਜਿਸ ਟਾਈਮ ਤੱਕ ਉਹ ਮਿਸਿੰਗ ਸਨ, ਐਡਮਿਨਿਸਟ੍ਰੇਸ਼ਨ ਨੂੰ ਅਸੀਂ ਗੁਹਾਰ ਲਗਾ ਰਹੇ ਸੀ ਕਿ ਤੁਸੀਂ ਸਾਡੇ ਲਈ ਵਰਕਆਊਟ ਕਰੋ, ਤੁਸੀਂ ਇਹਨਾਂ ਨੂੰ ਢੂੰਢਣ ਵਿੱਚ ਸਾਡੀ ਪੂਰੀ ਮਦਦ ਕਰੋ। ਐਡਮਿਨਿਸਟ੍ਰੇਸ਼ਨ ਦਾ ਪੱਖ ਇਹ ਰਿਹਾ ਕਿ ਉਹ ਸਾਨੂੰ ਤੇ ਕਹਿੰਦੇ ਸਨ ਕਿ ਵੀ ਆਰ ਡੂਇੰਗ ਇਟ, ਵੀ ਆਰ ਐਟ ਇਟ, ਵੀ ਆਰ ਵਰਕਿੰਗ ਔਨ ਇਟ। ਮੈਂ ਪਰਸਨਲੀ ਵੀ ਕਾਫੀ ਆਫਿਸਰਸ ਨੂੰ ਲਿਖਿਆ ਤੇ 5 ਦਿਨ ਤੱਕ ਸਾਡੀ ਉਮੀਦ ਬਣੀ ਸੀ ਕਿ ਕਿਦੋਂ ਨਾ ਕਿਦੋਂ ਸਾਨੂੰ ਖੁਸ਼ਖਬਰੀ ਮਿਲੇਗੀ ਕਿ ਵੀਰ ਜੀ ਦੀ ਜਿਹੜੀ ਅੱਛੀ ਕੰਡੀਸ਼ਨ ਵਿੱਚ ਸਾਨੂੰ ਮਿਲ ਗਏ ਨੇ। ਬਟ ਅਨਫੋਰਚੂਨੇਟਲੀ ਕੁਝ ਦਿਨਾਂ ਬਾਅਦ ਸਾਨੂੰ ਇਹ ਖਬਰ ਮਿਲਦੀ ਹੈ ਕਿ ਉਹਨਾਂ ਦੀ ਬੋਡੀ ਮਿਲੀ ਹੈ। ਜਦ ਇਹ ਖਬਰ ਸਾਰੀ ਸਾਡੀ ਕਮਿਊਨਿਟੀ ਵਿੱਚ ਫੈਲੀ ਤੇ ਇੱਕ ਸ਼ੌਕ ਦੀ ਲਹਿਰ ਸਾਰੀ ਕਮਿਊਨਿਟੀ ਵਿੱਚ ਵੇਖਣ ਗਈ। ਬੱਚਿਆਂ ਨੇ, ਬਜ਼ੁਰਗਾਂ ਨੇ, ਸਾਰਿਆਂ ਦੀ ਅੱਖਾਂ ਜਿਹੜੀਆਂ ਸਨ ਪੁਰਨਮ ਸਨ
ਤੇ ਉਹਨਾਂ ਦਾ ਇਹ ਐਕਸਪੈਕਟੇਸ਼ਨ ਸਾਡੀ ਨਹੀਂ ਸੀ। ਅਸੀਂ ਐਡਮਿਨਿਸਟ੍ਰੇਸ਼ਨ ਨੂੰ 4 ਦਿਨ ਤੱਕ ਸਾਡੇ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰਾਮੂਲਾ ਦੇ ਜਿਹੜੇ ਸਕੱਤਰ ਨੇ ਉਹਨਾਂ ਨੇ ਕੰਟੀਨਿਊਸਲੀ ਡਿਫਰੈਂਟ ਬਾਡੀਜ਼ ਨੂੰ ਲਿਖਿਆ, ਉਹਨਾਂ ਨੇ ਮੁਸਲਿਮ ਆਰਗੇਨਾਈਜੇਸ਼ਨਸ ਨੂੰ ਲਿਖਿਆ, ਉਹਨਾਂ ਨੇ ਐਡਮਿਨਿਸਟ੍ਰੇਸ਼ਨ ਨੂੰ ਲਿਖਿਆ। ਜੰਮੂ ਜਿਹੜੀ ਸਾਡੇ ਵੀਰ ਨੇ ਜਿਹੜੇ ਗੁਰਦੁਆਰਾ ਕਮੇਟੀਜ਼ ਦੇ ਹੈਡਸ ਨੇ ਉਹਨਾਂ ਨੇ ਵੀ ਲਿਖਿਆ, ਹੋਰ ਵੀ ਜਿੰਨੀ ਕਮੇਟੀਜ਼ ਨੇ ਸਾਡੀ ਤੇ ਉਹਨਾਂ ਨੇ ਵੀ ਇਸ ਉੱਪਰ ਐਡਮਿਨਿਸਟ੍ਰੇਸ਼ਨ ਉੱਪਰ ਪ੍ਰੈਸ਼ਰ ਪਾਇਆ ਤੇ ਅਲਟੀਮੇਟਲੀ ਜਦ ਉਹਨਾਂ ਦੀ ਬਾਡੀ ਮਿਲ ਗਈ ਉਦੋਂ ਬਾਅਦ ਸਾਡੇ ਜਿਹੜੇ ਹੌਸਲੇ ਸੀ ਨਾ ਉਹ ਕਿਤੇ ਨਾ ਕਿਤੇ ਪਸਤ ਹੋ ਗਏ ਤੇ ਅਸੀਂ ਇੱਕ ਕੁਐਸਚਨ ਮਾਰਕ ਦੇ ਅੰਡਰ ਆ ਗਏ ਹਾਂ ਕਿ ਅਗਰ ਅਸੀਂ ਜੰਮੂ ਕਸ਼ਮੀਰ ਵਿੱਚ ਐਜ਼ EMPLOYE ਕਮਿਊਨਿਟੀ ਰਹਿ ਰਹੇ ਹਾਂ ਜਾਂ ਇੱਕ ਸਿਵਲੀਅਨ ਵੀ ਰਹਿ ਰਹੇ ਹਾਂ ਤੇ ਅਸੀਂ ਕਿੰਨਾ ਸਿਕਿਉਰ ਹਾਂ, ਕਿੰਨਾ ਐਡਮਿਨਿਸਟ੍ਰੇਸ਼ਨ ਸਾਡਾ ਖਿਆਲ ਰੱਖ ਰਹੀ ਹੈ ਤੇ ਕਿੱਥੇ ਅਸੀਂ ਕਿਸ ਵੱਲ ਜਾ ਰਹੇ ਹਾਂ। ਹਿਸਟਰੀ ਦੇਖੀ ਜਾਏ ਤੇ ਐਸੇ ਹਾਦਸੇ ਪਹਿਲੇ ਵੀ ਵਾਪਰੇ ਨੇ, ਐਸੇ ਹਾਦਸਿਆਂ ਤੇ ਕੋਈ ਅੰਕੁਸ਼ ਲਗਾਉਣ ਦੀ ਨੂੰ ਫੁੱਲ ਸਟਾਪ ਲਗਾਉਣ ਦੀ ਲੋੜ ਹੈ। ਇਹ ਫੁੱਲ ਸਟਾਪ ਕੌਣ ਲਗਾਏਗਾ? ਇਹ ਅਸੀਂ ਇਤਨੇ ਦਿਨਾਂ ਤੋਂ ਅਗਰ ਅਸੀਂ ਬਾਰਾਮੂਲਾ ਜਾਂ ਜੰਮੂ ਜਾਂ ਸ਼੍ਰੀਨਗਰ ਜਿੱਥੇ ਜਿੱਥੇ ਸਾਡੀ ਮਾਈਕਰੋ ਕਮਿਊਨਿਟੀ ਬੇਸਡ ਹੈ, ਤਰਾਲ, ਪੁਲਵਾਮਾ, ਜਿੱਥੇ ਜਿੱਥੇ ਸਾਡੀ ਮਾਈਕਰੋ ਕਮਿਊਨਿਟੀ ਬੇਸਡ ਹੈ, ਉਹਨਾਂ ਦੀ ਨਜ਼ਰਾਂ ਸਿਰਫ ਔਰ ਸਿਰਫ ਐਡਮਿਨਿਸਟ੍ਰੇਸ਼ਨ ਵੱਲ ਨੇ ਹੁਣ ਕਿ ਉਹ ਇਸ ਜਿਹੜੇ ਸਾਡੇ ਵੀਰ ਮਿਸਿੰਗ ਹੋਏ ਨੇ ਫਿਰ ਉਹਨਾਂ ਦੀ ਬਾਡੀ ਮਿਲੀ ਹੋਈ ਹੈ, ਇਹਦੇ ਪਿੱਛੇ ਕੀ ਰੀਜ਼ਨ ਰਿਹਾ, ਕੀ ਵਾਪਰਿਆ, ਕਿਹੜੇ ਲੋਕ ਇਸ ਵਿੱਚ ਇਨਵੋਲਵਡ ਨੇ ਤੇ ਐਡਮਿਨਿਸਟ੍ਰੇਸ਼ਨ ਸਾਡੀ ਸਾਰਿਆਂ ਦੀ ਨਜ਼ਰਾਂ ਹੁਣ ਐਡਮਿਨਿਸਟ੍ਰੇਸ਼ਨ ਵੱਲ ਨੇ ਕਿ ਉਹ ਸਾਨੂੰ ਉਹ ਫੈਕਟ ਸਾਡੇ ਸਾਹਮਣੇ ਲੈ ਕੇ ਆਵਣ ਜਿਹੜੇ ਟਰੂ ਨੇ ਤੇ ਸਾਨੂੰ ਥੋੜਾ ਸੈਟੀਸਫਾਈ ਕਰਨ। ਬਿਲਕੁਲ ਇੱਕ ਦਿਨ ਪਹਿਲਾਂ ਹੀ ਹਰਲੀਨ ਭੈਣ ਹੋਰਾਂ ਨੇ ਜਦੋਂ ਉਹਨਾਂ ਦੀ ਵਾਈਫ ਦਾ ਇੰਟਰਵਿਊ ਕੀਤਾ ਹੈ, ਕਾਫੀ ਸਵਾਲ ਉਹਨਾਂ ਦੇ ਜ਼ਿਹਨ ਦੇ ਵਿੱਚ ਸਨ ਔਰ ਇੱਕ ਡਰ ਦੇ ਵਿੱਚ ਵੀ ਸੀ ਕਿ ਇਹ ਹਾਦਸਾ ਜਦੋਂ ਵਾਪਰਿਆ ਬੜੀ ਅਪੀਲ ਵੀ ਕਰਦੇ ਆ ਸਾਰੀ ਕਮਿਊਨਿਟੀ ਨੂੰ ਜਾਂ ਐਡਮਿਨਿਸਟ੍ਰੇਸ਼ਨ ਨੂੰ ਕਿ ਵੱਧ ਤੋਂ ਵੱਧ ਉਹਨਾਂ ਨੂੰ ਲੱਭਿਆ ਜਾਏ। ਜਿਹੜੇ ਉਹ ਅੱਖਰ ਉਹਨਾਂ ਦੇ ਮੁੱਖੋਂ ਨਿਕਲ ਰਹੇ ਸਨ ਕੰਟੀਨਿਊਸਲੀ 3-4 ਦਿਨ ਤੋਂ ਆਪਾਂ ਸਾਰਿਆਂ ਦੀ ਕਵਰੇਜ ਕਰ ਰਹੇ ਹਾਂ, ਸਾਰਿਆਂ ਦੀ ਅਲੱਗ-ਅਲੱਗ ਜਿਹਨੇ ਆਗੂ ਨੇ ਰਿਪਰੈਜ਼ੈਂਟੇਟਿਵ ਹੈਗੇ ਨੇ ਸਾਰਿਆਂ ਦੀ ਇੱਕੋ ਡਿਮਾਂਡ ਸੀ। ਲੇਕਿਨ ਇਹ ਸੈਸ਼ਨ ਕਰਨ ਦਾ ਸਾਡਾ ਮਕਸਦ ਇੱਕੋ ਇੱਕ ਸੀ, ਕਿਆ ਅਸੀਂ ਐਟ ਦਾ ਐਂਡ ਆਫ ਦਾ ਮੂਵਮੈਂਟ ਤੱਕ ਪੁੱਜ ਰਹੇ ਹਾਂ ਕਿ ਕਿਸ ਤਰ੍ਹਾਂ ਇਸ ਨੂੰ ਠੱਲ ਪਾਈ ਜਾਏ। ਆਪਾਂ ਸਮਝਦੇ ਹਾਂ ਜਦੋਂ ਐਸੇ ਇਨਸੀਡੈਂਟ ਹੁੰਦੇ ਨੇ 3-4 ਦਿਨ ਤੱਕ ਸਾਡੇ ਵਿੱਚ ਕਾਫੀ ਰੋਸ਼ ਹੁੰਦਾ ਹੈ, ਅਸੀਂ ਕਾਫੀ ਸਪੋਰਟ ਕਰਦੇ ਹਾਂ ਫੈਮਲੀਜ਼ ਨੂੰ, ਚਾਹੇ ਉਹ ਕੈਂਡਲ ਮਾਰਚ ਦੇ ਜ਼ਰੀਏ ਹੋਣ ਜਾਂ ਉਹਨਾਂ ਦੇ ਘਰ ਦੇ ਨਾਲ ਯਕੀਨੀ ਤੌਰ ਤੇ ਪਰਸਨਲੀ ਤੌਰ ਤੇ ਵੀ ਜਿਹੜੇ ਇੱਛੁਕ ਹਨ ਉਹਨਾਂ ਨਾਲ ਇਸ ਟਾਈਮ ਫੈਮਲੀ ਨਾਲ ਖੜੇ ਹੋਣ ਦੇ ਲਈ ਉਹ ਵੀ ਕਾਫੀ ਅੱਗੇ ਆਉਂਦੇ ਹਨ। ਲੇਕਿਨ ਮਸਲਾ ਸਿਰਫ ਇੱਕ ਹੈ ਕਿ ਇਸ ਚੀਜ਼ ਨੂੰ ਰੋਕਿਆ ਕਿਸ ਤਰ੍ਹਾਂ ਜਾ ਸਕੇ, ਕਿਸ ਤਰ੍ਹਾਂ ਇੱਕ ਪਲੇਟਫਾਰਮ ਦੇ ਉੱਤੇ ਇਕੱਠੇ ਹੋ ਕੇ ਆਪਾਂ ਆਪਣੀ ਆਵਾਜ਼ ਜਿਹੜੀ ਬੁਲੰਦ ਕਰਨੀ ਹੈ ਐਡਮਿਨਿਸਟ੍ਰੇਸ਼ਨ ਦੇ ਉੱਤੇ, ਕਿਉਂਕਿ ਆਪਾਂ ਸਮਝਦੇ ਹਾਂ ਕਿ ਮਾਈਨੋਰਿਟੀ ਦੇ ਵਿੱਚ ਕਸ਼ਮੀਰ ਦੇ ਵਿੱਚ ਸਾਡਾ ਰੀਜ਼ਨ ਹੈਗਾ। ਆਪਾਂ ਪਹਿਲੇ ਦੇਖ ਚੁੱਕੇ ਹਾਂ ਹਾਲਾਤ ਮਜ਼ਰ ਕਸ਼ਮੀਰ ਦੇ ਪਹਿਲੇ ਵੀ ਇਸ ਮੁੱਦੇ ਦੇ ਉੱਤੇ ਤੇ ਕਈ ਵਾਰੀ ਜਿਹੜਾ ਜ਼ਹਿਨ ਦੇ ਵਿੱਚ ਵੀ ਇੱਕ ਗੱਲ ਆਉਂਦੀ ਹੈ ਕਿਧਰੇ ਅਲਾਰਮੀ ਸਟੇਜ ਤੇ ਨਹੀਂ ਹੈ, ਕਿਧਰੇ ਇਸ ਕਨਫਲਿਕਟ ਨੂੰ ਹੋਰ ਵਧਾਉਣ ਦੀ, ਕਿਧਰੇ ਕਮਿਊਨਿਟੀਜ਼ ਨੂੰ ਐਸੇ ਇਮੇਜਿਸ ਫਾਰਮੈਟ ਕਰਨ ਦੀ ਕਿ ਇੱਕ ਨੈਗੇਟਿਵ ਪਰਸੈਪਸ਼ਨ ਦਿਮਾਗ ਦੇ ਵਿੱਚ ਬਿਲਡ ਹੋ ਜਾਏ ਤਾਂ ਕਿ ਜਿਹੜਾ ਯੂਥ ਅੱਗੇ ਨੂੰ ਆ ਰਿਹਾ ਦੁਬਾਰਾ ਤੋਂ ਬੈਕਫੁੱਟ ਤੋਂ ਧਕੇਲਿਆ ਜਾ ਸਕੇ। ਬਹੁਤ ਸਾਰੇ ਸਵਾਲ ਆਪਣੇ ਆਪ ਦੇ ਵਿੱਚ ਹਰ ਜਿਹਨੇ ਸ਼ਖਸ ਹੈ ਨਾ ਸਾਡੇ ਜੰਮੂ ਕਸ਼ਮੀਰ ਦੇ ਵਿੱਚ ਰਹਿਣ ਵਾਲੇ ਇਹ ਵੀ ਕਿਧਰੇ ਨਾ ਕਿਧਰੇ ਸਾਡੇ ਤੱਕ ਵੀ ਪਹੁੰਚਾ ਰਹੇ ਤੇ ਅਸੀਂ ਵੀ ਫਿਰ ਰਿਸਪੌਂਸਿਬਲ ਸਿਟੀਜ਼ਨ ਹੋਣ ਦੇ ਨਾਤੇ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਜਿੱਦੇ ਨਾਲ ਗੱਲਬਾਤ ਕਰੀਏ ਉਹਨਾਂ ਤੱਕ ਵੀ ਰੱਖੀਏ। ਤੁਸੀਂ ਇਸ ਚੀਜ਼ ਦੇ ਉੱਤੇ ਕੀ ਸੋਚਦੇ ਹੋ ਕਿ ਸਾਨੂੰ ਸਿਰਫ 2-3 ਦਿਨ ਤੱਕ ਇਸ ਮੁੱਦੇ ਉੱਪਰ ਨਹੀਂ ਰਹਿਣਾ ਚਾਹੀਦਾ ਬਲਕਿ ਇੱਕ ਟੇਬਲ ਟਾਕ ਦੇ ਜ਼ਰੀਏ ਐਡਮਿਨਿਸਟ੍ਰੇਸ਼ਨ ਤੋਂ ਇੱਕ ਮੰਗ ਰੱਖਣੀ ਚਾਹੀਦੀ ਹੈ ਸਾਨੂੰ ਕਿ ਜਦ ਤੱਕ ਇਸ ਚੀਜ਼ ਦਾ ਨਿਬੇੜਾ ਨਹੀਂ ਹੋ ਜਾਂਦਾ ਅਸੀਂ ਚੈਨਲ ਨਹੀਂ ਬੈਠਾਂਗੇ ਜਾਂ ਤੇ ਫਿਰ ਫੈਮਿਲੀ ਦੇ ਨਾਲ ਆਪਾਂ ਖੜੇ ਹਾਂ ਜਦ ਤੱਕ ਇਸ ਚੀਜ਼ ਦਾ ਨਿਬੇੜਾ ਨਹੀਂ ਹੋ ਜਾਂਦਾ ਜਾਂ ਉਹ ਕਲਪ੍ਰਿਟਸ ਪਕੜੇ ਨਹੀਂ ਜਾਂਦੇ ਜਿਨ੍ਹਾਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਦੇ ਉੱਤੇ ਤੁਸੀਂ ਕੀ ਸੋਚਦੇ ਹੋ? ਜੀ ਬਿਲਕੁਲ ਵੀਰ ਜੀ, ਐਕਚੁਅਲੀ ਮੁੱਦੇ ਤੋਂ ਅਸੀਂ ਇਹੋ ਦੇਖਦੇ ਆਏ ਹਾਂ ਕਿ ਜਦ ਕੋਈ ਘਟਨਾ ਹੁੰਦੀ ਹੈ ਉਹਦੇ ਬਾਅਦ ਸਾਡਾ ਜਿਹੜਾ ਆਕਰੋਸ਼ ਹੈ ਉਹ ਥੋੜੇ ਦਿਨਾਂ ਤੱਕ ਨਜ਼ਰ ਆਉਂਦਾ ਹੈ, ਵੈਦਰ ਦੈਟ ਇਜ਼ ਇਨ ਦਾ ਫਾਰਮ ਆਫ ਪ੍ਰੋਟੈਸਟ, ਵੈਦਰ ਉਹ ਕੈਂਡਲ ਮਾਰਚ ਨੇ ਜਾਂ ਹੋਰ ਕਿਸੇ ਰਾਈ ਜਾਂ ਕਿਸੇ ਪੇਪਰ ਦੇ ਆਰਟੀਕਲਸ ਦੇ ਥਰੂ ਅਸੀਂ ਆਪਣਾ ਆਕਰੋਸ਼ ਪ੍ਰਗਟ ਕਰਦੇ ਹਾਂ। ਬਟ ਵਿਦ ਦ ਪੈਸੇਜ ਆਫ ਟਾਈਮ ਉਹ ਚੀਜ਼ਾਂ ਘਟ ਜਾਂਦੀਆਂ ਨੇ। ਫਿਰ ਜਦ ਤੱਕ ਐਸੀ ਕੋਈ ਘਟਨਾ ਦੁਬਾਰਾ ਨਹੀਂ ਹੁੰਦੀ ਤੇ ਸਾਨੂੰ ਯਾਦ ਆਉਂਦਾ ਕਿ ਪਿੱਛੇ ਵੀ ਇਦਾਂ ਦਾ ਕਿੱਸਾ ਵਾਪਰਿਆ ਸੀ। ਇਸ ਵਾਰ ਸਾਡੀ ਸਾਰੀ ਕਮਿਊਨਿਟੀ ਜਿਹੜੀ ਸਾਡੀ ਇੰਡੀਆ 'ਚ ਸਰਦਾਰ ਜਿੱਥੇ ਜਿੱਥੇ ਵੀ ਹਨ ਤੇ ਜੰਮੂ ਕਸ਼ਮੀਰ ਦੇ ਪਾਰਟਿਕੂਲਰਲੀ ਇਹ ਸਰਦਾਰ ਇਹ ਚੀਜ਼ ਫੇਸ ਕਰ ਰਹੇ ਨੇ ਤੇ ਇਸ ਚੀਜ਼ ਨੂੰ ਐਡਮਿਨਿਸਟ੍ਰੇਸ਼ਨ ਤੱਕ ਬਲੰਟਲੀ ਪਹੁੰਚਾਉਣ ਦੀ ਬੜੀ ਜ਼ਰੂਰਤ ਹੈ। ਇਹ ਚੀਜ਼ ਅਸੀਂ ਕਿਦਾਂ ਕਰ ਸਕਦੇ ਹਾਂ? ਸਾਨੂੰ ਆਪਣੇ ਐਡਮਿਨਿਸਟ੍ਰੇਸ਼ਨ ਜਿਹੜਾ ਸਾਡਾ ਐਡਮਿਨਿਸਟ੍ਰੇਟਿਵ ਸਿਸਟਮ ਹੈ ਇਹਦੇ ਉੱਪਰ ਯਕੀਨ ਕਰਨਾ ਪਏਗਾ ਕਿਉਂਕਿ ਅਸੀਂ ਇਹ ਮੰਗ ਕਰ ਰਹੇ ਹਾਂ ਕਿ ਇੱਕ ਫੇਅਰ ਇਨਕੁਆਇਰੀ ਹੋਣੀ ਚਾਹੀਦੀ ਹੈ ਇਸ ਹਾਦਸੇ 'ਚ। ਜਦ ਫੇਅਰ ਇਨਕੁਆਇਰੀ ਹੋਏਗੀ ਤੇ ਸਾਡਾ ਜਿਹੜਾ ਫੇਥ ਹੈ ਉਹ ਬਿਲਡ ਹੋਏਗਾ। ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜੇ ਵੀ ਆਫੀਸਰਸ ਜਿਹੜੇ ਵੀ ਬੜੇ ਅਹੁਦੇਦਾਰ ਨੇ ਉਹ ਇਸ ਕੇਸ ਨੂੰ ਦੇਖ ਰਹੇ ਨੇ, ਸਾਡੀ ਅਪੀਲ ਹੈ ਉਹਨਾਂ ਵੱਲ ਕਿ ਤੁਸੀਂ ਇਸ ਨੂੰ ਇਸ ਤਰ੍ਹਾਂ ਦੇਖੋ ਕਿ ਇਹ ਹਾਦਸਾ ਸਾਡੇ ਲਈ ਇੱਕ ਮੂਵਮੈਂਟ ਆਫ ਗੈਟਿੰਗ ਆਊਟ ਆਫ ਦਾ ਵੈਲੀ ਵਾਲਾ ਮੂਵਮੈਂਟ ਨਹੀਂ ਹੋਣਾ ਚਾਹੀਦਾ।
ਸਾਡੀ ਕਮਿਊਨਿਟੀ 1.09% ਕਮਿਊਨਿਟੀ ਹੈ ਪੂਰੇ ਜੰਮੂ ਕਸ਼ਮੀਰ ਵਿੱਚ। ਤੇ ਪਿਛਲੇ ਇਨਸੀਡੈਂਟਸ ਤੋਂ ਜਿਹੜੀ ਸਾਡੀ ਜੰਮੂ ਕਸ਼ਮੀਰ ਦੀ ਸਿਚੁਏਸ਼ਨ ਸੀ ਉਹਦੇ ਵਿੱਚ ਇਹ ਹੋਇਆ ਕਿ ਵਿਦ ਦਾ ਪੈਸੇਜ ਆਫ ਟਾਈਮ ਸਾਡੇ ਜਿਹੜੇ ਬੱਚੇ ਨੇ ਉਹ ਕਸ਼ਮੀਰ ਛੋੜ ਕੇ ਬਾਹਰ ਜਾ ਰਹੇ ਨੇ। ਸਾਡੇ ਬੱਚੇ ਜੌਬਸ ਲਈ ਇੰਡੀਆ ਦੇ ਡਿਫਰੈਂਟ ਕੋਨਿਆਂ ਵੱਲ ਜਾ ਰਹੇ ਨੇ। ਸਾਡੇ ਬੱਚੇ ਵਰਲਡ ਡਿਫਰੈਂਟ ਪਾਰਟ ਆਫ ਦਾ ਵਰਲਡ ਜਾ ਰਹੇ ਨੇ। ਤੇ ਇਹਨਾਂ ਨੂੰ ਇਹ ਇੱਕ ਇਨਸਿਕਿਉਰਿਟੀ ਮੈਨੂੰ ਵੀ ਕਾਫੀ ਦਿਨਾਂ ਤੋਂ ਕਾਫੀ ਵਰਲਡ ਵਾਈਡ ਫੋਨਸ ਆ ਰਹੇ ਨੇ ਕਿ ਇਹ ਹੋ क्या रहा है कश्मीर में, ਕਿਉਂਕਿ ਉੱਥੇ ਰਹਿ ਕੇ ਵੀ ਉਹਨਾਂ ਦੀ ਪਰੇਸ਼ਾਨੀ ਜਿਹੜੀ ਹੈ ਕਿਉਂਕਿ ਸਾਡੇ ਪੇਰੈਂਟਸ ਇੱਥੇ ਨੇ, ਸਾਡੀ ਫੈਮਲੀਜ਼ ਇੱਥੇ ਨੇ, ਸਾਡੇ ਜੌਬਸ ਇੱਧਰ ਨੇ ਤੇ ਇੱਕ ਕੰਸਰਨ ਬਣਿਆ ਹੋਇਆ ਹੈ। ਹੁਣ ਸਾਡਾ ਐਜ਼ ਪ੍ਰੈਜ਼ੀਡੈਂਟ ਆਲ ਸਿੱਖ ਮਾਈਨੋਰਿਟੀ EMPLOYEES ਐਸੋਸੀਏਸ਼ਨ ਮੈਂ ਪਰਸਨਲੀ ਇਸ ਕੇਸ ਵਿੱਚ ਨੂੰ ਫੋਲੋ ਕੀਤਾ ਤੇ ਮੈਂ ਆਪਣੇ LG ਸਰ ਨੂੰ ਆਪਣੇ ਜਿਹੜੇ ਸਾਡੇ ਮਾਈਨੋਰਿਟੀ ਕਮਿਸ਼ਨ ਦੇ ਹੈਡ ਆਫ ਇੰਡੀਆ ਇਕਬਾਲ ਸਿੰਘ ਲਾਲਪੁਰੀਆ ਜੀ ਨੇ ਉਹਨਾਂ ਨੂੰ ਲਿਖਿਆ ਤੇ ਉਹਨਾਂ ਨਾਲ ਗੱਲ ਕੀਤੀ। ਅਸੀਂ ਇੱਕ ਮੈਮੋਰੈਂਡਮ ਲੈ ਕੇ ਸਾਡੇ ਜਿਹੜੇ ਡਿਵਕੌਮ ਕਸ਼ਮੀਰ ਨੇ ਉਹਨਾਂ ਨੂੰ ਵੀ ਮਿਲਿਆ ਤੇ ਉਹਨਾਂ ਨੇ ਸਾਨੂੰ ਇੱਕ ਆਸ਼ਵਾਸਨ ਦਿੱਤਾ ਕਿ ਜਿਹੜੀ ਵੀ ਇਨਕੁਆਇਰੀ ਹੋਏਗੀ ਉਹ ਫਿਰ ਫ੍ਰੀ ਐਂਡ ਫੇਅਰ ਹੋਏਗੀ। ਤੇ ਸਾਡਾ ਇੱਕ ਸਟ੍ਰੈਸ ਹੈ ਉਹ ਇਹ ਹੈ ਕਿ ਤੁਸੀਂ ਜਿਹੜੀ ਇਨਕੁਆਇਰੀ ਕਰ ਰਹੇ ਹੋ ਉਹ ਥੋੜਾ ਫਾਸਟ ਟਰੈਕ ਤੇ ਕਰੋ ਸੋ ਦੈਟ ਕਿ ਸਾਡਾ ਨਾ ਐਡਮਿਨਿਸਟ੍ਰੇਟਿਵ ਸਿਸਟਮ ਤੇ ਜਿਹੜਾ ਸਾਡਾ ਸਿਸਟਮ ਹੈ ਉਹਦੇ ਵਿੱਚ ਫੇਥ ਬਣਿਆ ਰਹੇ। ਉਹ ਫੇਥ ਕਿਦਾਂ ਬਣਿਆ ਰਹੇਗਾ? ਉਹ ਇਦਾਂ ਬਣਿਆ ਰਹੇਗਾ ਕਿ ਅਗਰ ਚੀਜ਼ਾਂ ਫੇਅਰਲੀ ਦੇਖੀ ਜਾਏਗੀ। ਹੋਰ ਅਪਾਰਟ ਫਰਮ ਦੈਟ ਕਿ ਜਿਹੜੇ ਸਾਡਾ ਇਨਕੁਆਇਰੀ ਦਾ ਸਿਸਟਮ ਹੈ ਜਿਹੜਾ ਵੀ ਇਨਕੁਆਇਰੀ ਦਾ ਸਿਸਟਮ ਫੋਲੋ ਕਰ ਰਹੇ ਨੇ ਉਹ ਥੋੜਾ ਫਾਸਟ ਟਰੈਕ ਹੋ ਜਾਏ ਕਿਉਂਕਿ ਚੀਜ਼ ਹਲੀ ਵੀਰ ਜੀ ਦਾ ਭੋਗ ਸੰਡੇ ਨੂੰ ਹੈ ਤੇ ਸੰਡੇ ਤੱਕ ਆਈ ਐਕਸਪੈਕਟ ਕਿ ਕੁਛ ਨਾ ਕੁਛ ਸਾਨੂੰ ਅਜੇ ਤੇ ਸਾਡੀ ਜਿਹੜਾ ਉਹਨਾਂ ਦੀ ਮੈਡੀਕਲ ਰਿਪੋਰਟ ਆਣੀ ਹੈ ਉਹ ਵੀ ਅਜੇ ਪੈਂਡਿੰਗ ਹੈ। ਆਟੋਪਸੀ ਦੀ ਜਿਹੜੀ ਰਿਪੋਰਟ ਆਣੀ ਹੈ ਉਹ ਵੀ ਅਜੇ ਪੈਂਡਿੰਗ ਹੈ। ਤੇ ਮੇਰੀ ਇੱਕ ਰਿਕੁਐਸਟ ਰਹੇਗੀ ਐਡਮਿਨਿਸਟ੍ਰੇਸ਼ਨ ਨੂੰ ਕਿ ਉਹ ਨਾ ਐਕਸਪੀਡਾਈਟ ਕਰਨ ਚੀਜ਼ਾਂ ਉਹ ਥੋੜਾ ਦੇ ਸ਼ੁਡ ਟੇਕ ਇਟ ਐਜ਼ ਅ ਸੀਰੀਅਸ ਥਿੰਗ ਐਂਡ ਦੇ ਸ਼ੁਡ ਐਕਸਪੀਡਾਈਟ ਇਟ। ਅਗਰ ਉਹ ਐਕਸਪੀਡਾਈਟ ਕਰਨਗੇ ਤੇ ਸਾਡੇ ਲਈ ਥੋੜਾ ਜਿਹਾ ਮਸਲਾ ਜਿਹੜਾ ਹੈ ਨਾ ਉਹ ਥੋੜਾ ਈਜ਼ੀ ਰਹੇਗਾ ਸਮਝਣੀ। ਇਹ ਸਾਡੀ ਕਮਿਊਨਿਟੀ ਲਈ ਬਹੁਤ ਵੱਡੀ ਘਾਟ ਹੈ ਕਿਉਂਕਿ ਅਸੀਂ ਸਰਦਾਰ ਆਫੀਸਰ ਸਾਡੇ ਕਿੰਨੇ ਡੈਜ਼ਿਗਨੇਸ਼ਨਸ ਨੇ ਐਸੇ। ਪਿਛਲੇ ਦਿਨਾਂ ਇੱਕ ਰੋਡ ਐਕਸੀਡੈਂਟ ਵਿੱਚ ਇੱਕ ਸਾਡੇ KS ਸਰਦਾਰ ਰਣਬੀਰ ਸਿੰਘ ਜੀ ਦੀ ਡੈਥ ਹੋ ਗਈ। ਹੀ ਵਾਸ ਆਲਸੋ ਅ ਹਿਊਜ ਆਫੀਸਰ ਤੇ ਉਹਨਾਂ ਦੀ ਡੈਥ ਇੱਕ ਸੀਟ ਉਹ ਖਾਲੀ ਹੋ ਗਈ ਤੇ ਇੱਕ ਸਾਡੇ ਵੀਰ ਗੁਰਮੀਤ ਸਿੰਘ ਜੀ ਨੇ ਇਹਨਾਂ ਦੀ ਅਸੈਸੀਨੇਸ਼ਨ ਇਹਨਾਂ ਨਾਲ ਕੀ ਹੋਇਆ ਇਹ ਸਟਿਲ ਕੁਐਸਚਨ ਮਾਰਕ ਹੈ। ਇਹ ਕੁਐਸਚਨ ਮਾਰਕ ਸਾਨੂੰ ਸਿਰਫ ਔਰ ਸਿਰਫ ਐਡਮਿਨਿਸਟ੍ਰੇਸ਼ਨ ਕਲੀਅਰ ਕਰ ਸਕਦੀ ਹੈ। ਤੇ ਮੇਰੇ ਵੱਲੋਂ ਸਾਰੀ ਐਡਮਿਨਿਸਟ੍ਰੇਸ਼ਨ ਨੂੰ LG ਐਡਮਿਨਿਸਟ੍ਰੇਸ਼ਨ ਈਵਨ ਗਵਰਨਮੈਂਟ ਆਫ ਇੰਡੀਆ ਨੂੰ ਇਹ ਅਪੀਲ ਹੈ ਇਹ ਰਿਕੁਐਸਟ ਹੈ ਕਿ ਤੁਸੀਂ ਪਲੀਜ਼ ਸਾਨੂੰ ਜਿਹੜੇ ਮਾਈਨੋਰਟੀਜ਼ ਇੱਥੇ ਰਹਿ ਰਹੇ ਨੇ ਉਹਨਾਂ ਸੈਂਸ ਆਫ ਸਿਕਿਉਰਿਟੀ ਪ੍ਰਵੇਲ ਕਰਨ ਲਈ ਜੋ ਤੁਹਾਨੂੰ ਸਟੈਪਸ ਲੈਣੇ ਚਾਹੀਦੇ ਨੇ ਉਹ ਤੁਸੀਂ ਲਓ। ਬਿਲਕੁਲ ਮੈਂ ਇਹ ਸਵਾਲ ਇਸ ਲਈ ਵੀ ਤੁਹਾਡੇ ਤੋਂ ਪੁੱਛਿਆ ਸੀ ਕਿਉਂਕਿ ਇੱਕ ਮਾਈਨੋਰਿਟੀ ਨੂੰ ਰਿਪਰੈਜ਼ੈਂਟ ਕਰਨ ਤੋਂ ਪਹਿਲੇ ਗਵਰਨਮੈਂਟ ਦੀ ਅਥਾਰਟੀ ਦੇ ਵਿੱਚ ਵੀ ਉਹਨਾਂ ਦਾ ਅਹੁਦਾ ਸੀ ਕਿਉਂਕਿ AWB ਸਨ ਤੇ ਮੈਨੂੰ ਲੱਗਦਾ ਕਿ ਇਹ ਅਥਾਰਟੀ ਜਿਹੜੀ ਸਾਡੀ ਰਿਪਰੈਜ਼ੈਂਟੇਟਿਵ ਹੈਗੀਆਂ ਨੇ ਗਵਰਨਮੈਂਟ EMPLOYEES ਦੀਆਂ ਜਾਂ ਸਾਡੀ ਰਿਪਰੈਜ਼ੈਂਟ ਕਰ ਰਹੀਆਂ ਨੇ ਰੂਲਿੰਗ ਗਵਰਨਮੈਂਟ ਨੂੰ ਗਵਰਨਮੈਂਟ ਆਫ ਇੰਡੀਆ ਨੂੰ ਇਹ ਉਹਨਾਂ ਲਈ ਵੀ ਇੱਕ ਮੈਨੂੰ ਲੱਗਦਾ ਕਿ ਮੇਨ ਮੁੱਦਾ ਹੋਣਾ ਚਾਹੀਦਾ ਇਹਨੂੰ ਕਿੱਦਾਂ ਹੱਲ ਕੀਤਾ ਜਾਏ ਕਲਪ੍ਰੀਟਸ ਨੂੰ ਪਕੜਿਆ ਜਾਏ ਕਿਉਂਕਿ ਇਹ ਸਿਰਫ ਮਾਈਨੋਰਿਟੀ ਦਾ ਇਸ਼ੂ ਨਹੀਂ ਹੈ। ਮੈਨੂੰ ਲੱਗਦਾ ਜਦੋਂ ਇੱਕ EMPLOYE ਦੇ ਉੱਪਰ ਐਸੀ ਅਸੈਸੀਨੇਸ਼ਨ ਹੁੰਦੀ ਹੈ ਤੇ ਫਿਰ ਸਾਰੀ ਐਡਮਿਨਿਸਟ੍ਰੇਸ਼ਨ ਦਾ ਵੀ ਫਰਜ਼ ਬਣ ਜਾਂਦਾ ਹੈ ਇਹਦੇ ਉੱਪਰ ਕਿਧਰੇ ਨਾ ਕਿਧਰੇ ਛੇਤੀ ਤੋਂ ਛੇਤੀ ਹੱਲ ਕੀਤਾ ਜਾਏ ਔਰ ਕਲਪ੍ਰੀਟਸ ਨੂੰ ਪਕੜ ਕੇ ਸਲਾਖਾਂ ਦੇ ਵਿੱਚ ਇਹਨੂੰ ਧਕੇਲਿਆ ਜਾਏ ਕਿਉਂਕਿ ਆਪਾਂ ਦੇ ਜੰਮੂ ਤੋਂ ਵਿੱਚ ਰਹਿੰਦੇ ਆ ਤੇ ਕਾਫੀ ਸਾਰੀ ਪਰਸੈਪਸ਼ਨ ਬਾਹਰ ਦੇ ਲੋਕਾਂ ਦੇ ਵਿੱਚ ਵੀ ਹੈਗੀ ਹੈ। ਤੁਸੀਂ ਗਰਾਊਂਡ ਤੇ ਰਹਿੰਦੇ ਹੋ ਕਸ਼ਮੀਰ ਤੇ ਨਾ ਕਾਫੀ ਜ਼ਿਆਦਾ ਦਿਮਾਗ ਦੇ ਵਿੱਚ ਇਹੋ ਜਿਹੀਆਂ ਨੈਗੇਟਿਵ ਪਰਸੈਪਸ਼ਨਸ ਆ ਜਾਂਦੀਆਂ। ਮੈਂ ਚਾਹਾਂਗਾ ਤੁਸੀਂ ਉਸਦੇ ਬਾਰੇ ਦੇ ਵਿੱਚ ਵੀ ਜ਼ਿਕਰ ਕਰੋ ਕਿਉਂਕਿ ਆਪਾਂ ਇੱਧਰ ਬੈਠ ਕੇ ਤਾਂ ਆਪਾਂ ਕਹਿ ਦਿਆਂਗੇ ਠੀਕ ਹੈ ਜੀ ਨਾਰਮਲਸੀ ਬੜੀ ਆਰਾਮ ਨਾਲ ਆ ਜਾਏਗੀ ਐਸੇ ਇਸ ਬਾਤ ਦੇ ਵਿੱਚ ਨਹੀਂ ਹੋਣਗੇ ਲੇਕਿਨ ਤੁਸੀਂ ਕਿਹੋ ਜਿਹੀ ਸੋਚ ਰੱਖਦੇ ਹੋ ਕਿਉਂਕਿ ਤੁਸੀਂ ਗਰਾਊਂਡ ਤੇ ਰਹਿੰਦੇ ਹੋ ਉੱਥੇ ਕਸ਼ਮੀਰ ਦੇ ਹਾਲਾਤ ਨੂੰ ਵੇਖਦੇ ਹੋਏ ਐਸੀ ਪਰਸੈਪਸ਼ਨ ਦਿਮਾਗ ਦੇ ਵਿੱਚ ਆਉਂਦੀ ਹੈ ਕਿ ਅੱਜ ਇਸ ਘਟਨਾ ਨੇ ਗੁਰਮੀਤ ਸਿੰਘ ਜੀ ਹੋਰਾਂ ਦੇ ਘਰ ਨੂੰ ਦਸਤਕ ਦਿੱਤੀ ਹੈ ਅਗਲੀ ਦਸਤਕ ਕਿਤੇ ਘਰ ਦੇ ਵਿੱਚ ਹੋਣੀ ਹੈ ਇਹ ਕੋਈ ਇਸ ਦੇ ਉੱਪਰ ਨਹੀਂ ਜਾਣਦਾ। ਇਸ ਚੀਜ਼ ਨੂੰ ਕਿੱਦਾਂ ਵੇਖਦੇ ਹੋ ਤੁਸੀਂ? ਬਿਲਕੁਲ ਹਰਵਿੰਦਰ ਜੀ ਇਹ ਤੇ ਆਇਆ ਹੈ ਸਾਰਿਆਂ ਸਾਹਮਣੇ ਲਈ ਕਿ ਜਿਹੜੀ ਸਿਚੁਏਸ਼ਨ ਕਸ਼ਮੀਰ ਵਿੱਚ ਹੁਣ ਬਣੀ ਹੈ ਇਹ ਉਹ ਸਿਚੁਏਸ਼ਨ ਸੀ ਜਿਹਦੇ ਲਈ ਅਸੀਂ ਬਿਲਕੁਲ ਤਿਆਰ ਨਹੀਂ ਆ ਕਿਉਂਕਿ ਪਹਿਲੇ 30 ਇਅਰਸ ਦਾ ਟਰਮੋਇਲ ਪੀਰੀਅਡ ਕਸ਼ਮੀਰ ਵਿੱਚ ਰਿਹਾ ਹੈ ਤੇ ਸਰਦਾਰ ਐਸੀ ਕਮਿਊਨਿਟੀ ਰਹੀ ਹੈ ਜਿਨ੍ਹਾਂ ਨੇ ਇੱਕ ਏਰੀਆ ਛੱਡ ਕੇ ਕਦੇ ਨਹੀਂ ਗਏ ਤੇ ਹੋਰ ਕਮਿਊਨਿਟੀਜ਼ ਹੋਰ ਮਾਈਕਰੋ ਕਮਿਊਨਿਟੀਜ਼ ਜਿਹੜੇ ਇਧਰ ਮਾਈਨੋਰਟੀ ਵਾਲੇ ਜਿਹੜੇ ਮੈਂ ਆਈਲ ਬੀ ਟਾਕਿੰਗ ਅਬਾਊਟ ਦ EMPLOYE ਕਮਿਊਨਿਟੀ ਕਿਉਂਕਿ ਸਾਡੀ EMPLOYE ਕਮਿਊਨਿਟੀ ਛੋਟੀ ਜਿਹੀ ਕਮਿਊਨਿਟੀ ਹੈ। ਸਾਡੇ 10,000 ਤੋਂ ਜ਼ਿਆਦਾ EMPLOYEES ਇੱਧਰ ਹੈ ਨਹੀਂ ਮੇਜਰ ਚੰਕ ਸਾਡਾ ਐਜੂਕੇਸ਼ਨ ਡਿਪਾਰਟਮੈਂਟ ਵਿੱਚ ਹੈ। 6,000 ਸਾਡੇ PM ਪੈਕੇਜ EMPLOYEES ਇੱਧਰ ਅੰਡਰ ਰਿਹੈਬਿਲਿਟੇਸ਼ਨ ਪਾਲਿਸੀ ਕਸ਼ਮੀਰ ਆਏ ਨੇ ਤੇ 3,000 ਸਾਡੇ SC ST ਰਿਜ਼ਰਵ ਕੈਟਾਗਰੀ EMPLOYEES ਨੇ ਜਿਹੜੇ ਇੱਧਰ ਕੰਮ ਕਰ ਰਹੇ ਨੇ। ਇਹ ਸੈਂਸ ਆਫ ਇਨਸਿਕਿਉਰਿਟੀ ਸਿਰਫ ਸਰਦਾਰ ਕਮਿਊਨਿਟੀ ਲਈ ਨਹੀਂ ਹੈ ਇਟਸ ਫॉर ਓਵਰਆਲ ਜਿਹੜੇ ਵੀ ਸਾਡੇ ਇੱਥੇ ਮਾਈਨੋਰਟੀ ਨੇ ਉਹ ਇੱਕ ਫੇਅਰ ਫੈਕਟਰ ਵਿੱਚ ਰਹਿ ਰਹੇ ਨੇ ਕਿ ਅਸੀਂ ਅਗਰ ਅਥਾਰਟੀ ਅਸੀਂ ਅਗਰ ਆਪਣੇ ਆਫਿਸ ਨਿਕਲ ਰਹੇ ਹਾਂ
ਤੇ ਕੀ ਸ਼ੋਰਿਟੀ ਹੈ ਕਿ ਅਸੀਂ ਵਾਪਸ ਆਵਾਂਗੇ? ਸਾਡੇ ਵੀਰ ਆਫਿਸ ਦੇ ਕੰਮ ਲਈ ਘਰੋਂ ਨਿਕਲੇ ਤੇ ਵਾਪਸ ਨਹੀਂ ਆਏ। ਉਹਨਾਂ ਦੇ ਬੱਚੇ ਉਹਨਾਂ ਦੀ ਉਡੀਕ ਕਰਦੇ ਸਨ ਕਿ ਹੁਣ ਸਾਡੇ ਫਾਦਰ ਵਾਪਸ ਆਣਗੇ। ਅਨਫੋਰਚੂਨੇਟਲੀ ਉਹ ਵਾਪਸ ਨਹੀਂ ਆਏ। ਇਹ ਸਦਮਾ ਜਿਹੜਾ ਨਾ ਸਾਡੀ ਸੋਸਾਇਟੀ ਲਈ ਆਈ ਓਪਨਰ ਹੈ। ਨੋ ਡਾਊਟ ਸਾਨੂੰ ਐਡਮਿਨਿਸਟ੍ਰੇਸ਼ਨ ਬੜਾ ਸਾਥ ਦੇ ਰਹੀ ਹੈ। ਉਹਨਾਂ ਦੇ ਜਿਹੜੇ ਵੀ ਉਹਨਾਂ ਨੂੰ ਪ੍ਰੋਸੀਜਰਸ ਲੈਣੇ ਨੇ ਇਸ ਇਨਕੁਆਇਰੀ ਨੂੰ ਕੰਪਲੀਟ ਕਰਨ ਲਈ, ਤੇ ਸਿਟ ਵੀ ਉਹਨਾਂ ਨੇ ਬਣਾਇਆ ਤੇ ਅਜੇ ਹਲੀ ਸਿਟ ਦੀ ਵੀ ਰਿਪੋਰਟ ਮੈਂ ਐਡਮਿਨਿਸਟ੍ਰੇਸ਼ਨ ਵੱਲੋਂ ਹਲੇ ਕੋਈ ਵੀ ਸਟੇਟਮੈਂਟ ਨਹੀਂ ਸੁਣੀ ਕਿ ਜਿਹੜੀ ਉਹ ਸਾਨੂੰ ਥੋੜਾ ਸੈਟੀਸਫਾਈ ਕਰੇ। ਅਗਰ ਐਡਮਿਨਿਸਟ੍ਰੇਸ਼ਨ ਸਾਨੂੰ ਸੈਟੀਸਫਾਈ ਕਰਦੀ ਹੈ ਨਾ, ਅਗਰ ਉਹ ਕੋਈ ਸਟੇਟਮੈਂਟ ਦਿੰਦੀ ਹੈ ਤੇ ਥੋੜਾ ਜਿਹਾ ਸਾਡੇ ਅੰਦਰ ਨਾ ਇੱਕ ਬਿਲਡਅਪ ਹੋਏਗਾ, ਇੱਕ ਪੋਜ਼ਿਟਿਵਿਟੀ ਆਏਗੀ ਕਿ ਹਾਂ ਬਈ ਜਿਹੜੀ ਇਹ ਤਹਿਕੀਕਾਤ ਹੈ ਸਹੀ ਲਾਈਨ ਤੇ ਚੱਲ ਰਹੀ ਹੈ। ਬਟ ਅਨਫੋਰਚੂਨੇਟਲੀ ਅਲੀ ਐਡਮਿਨਿਸਟ੍ਰੇਸ਼ਨ ਵੱਲੋਂ ਸਾਡੇ ਲਈ ਕੁਝ ਨਹੀਂ ਆਇਆ। ਤੇ ਪਿੱਛੇ ਕੁਝ ਐਸੇ ਹਾਦਸੇ ਵੀ ਹੋਏ ਨੇ ਜਿਹਦੇ ਵਿੱਚ ਮਾਈਨੋਰਿਟੀ ਕਮਿਊਨਿਟੀ ਐਜ਼ ਅ ਹੋਲ, ਸਾਡੇ ਹਿੰਦੂ, ਕ੍ਰਿਸਚੀਅਨ, SC ST, ਬੋਧ ਜਿਹੜੇ ਵੀ ਇਧਰ ਹੈ ਨੇ ਜੰਮੂ ਕਸ਼ਮੀਰ ਵਿੱਚ, ਉਹਨਾਂ ਦੇ ਵਿੱਚ ਨੈਚੁਰਲੀ ਇੱਕ ਸੈਂਸ ਆਫ ਇਨਸਿਕਿਉਰਿਟੀ ਹੈ। ਤੇ ਇਹਨੂੰ ਬਿਲਡ ਕਰਨ ਲਈ ਸਿਰਫ ਔਰ ਸਿਰਫ ਸਾਨੂੰ ਐਡਮਿਨਿਸਟ੍ਰੇਸ਼ਨ ਦਾ, ਹੋਰ ਜਿਹੜੇ ਲੋਕਲ ਸਾਡੇ ਇੱਥੇ ਹੈ ਨੇ ਮੈਜੋਰਿਟੀ ਕਮਿਊਨਿਟੀ ਦਾ ਵੀ ਸਾਨੂੰ ਨਾ ਇੱਕ ਓਪਨ ਆਰਮਸ ਕਰਕੇ ਸਾਨੂੰ ਐਕਸੈਪਟੈਂਸ ਵੇਖਣੀ ਮਿਲਣੀ ਚਾਹੀਦੀ ਹੈ। ਤਦੀ ਸਾਡੇ ਵਿੱਚ ਇੱਥੇ ਮਾਈਨੋਰਿਟੀ ਕਮਿਊਨਿਟੀ ਦਾ ਰਹਿਣਾ ਥੋੜਾ ਸਫਲ ਹੋਏਗਾ। ਬਹੁਤ ਬਹੁਤ ਧੰਨਵਾਦ ਤੁਹਾਡਾ ਆਪ ਜੀ ਨਾਲ ਇਸ ਮੁੱਦੇ ਦੇ ਉੱਤੇ ਗੱਲਬਾਤ ਕਰਨ ਦੇ ਲਈ। ਇਹ ਸਨ ਸਾਡੀ ਭੈਣ ਜਗਮੀਤ ਕੌਰ ਬਾਲੀ ਜੀ, ਜਿਹੜੇ ਕਿ ਪ੍ਰੈਜ਼ੀਡੈਂਟ ਹੈਗੇ ਨੇ ਆਲ ਸਿੱਖ ਮਾਈਨੋਰਿਟੀ EMPLOYEES ਐਸੋਸੀਏਸ਼ਨ ਕਸ਼ਮੀਰ ਦੇ, ਅਤੇ ਚੇਅਰਪਰਸਨ ਵੀ ਹੈਗੇ ਨੇ ਆਲ EMPLOYEES ਜੁਆਇੰਟ ਐਸੋਸੀਏਸ਼ਨ ਕਸ਼ਮੀਰ ਅਤੇ ਮਾਈਨੋਰਿਟੀ ਪ੍ਰੈਜ਼ੀਡੈਂਟ ਸਾਰੇ EMPLOYEES ਕੋਆਰਡੀਨੇਸ਼ਨ ਕਮੇਟੀ ਦੇ। ਮੈਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਇਸੀ ਆਸ ਦੇ ਨਾਲ ਤੁਹਾਡੇ ਤੋਂ ਅਲਵਿਦਾ ਮੰਗਾਂਗਾ ਕਿ ਜਦੋਂ ਨੈਕਸਟ ਟਾਈਮ ਉਸ ਅਕਾਲ ਪੁਰਖ ਨੇ ਸਾਨੂੰ ਦੁਬਾਰਾ ਤੋਂ ਮੌਕਾ ਦਿੱਤਾ ਤੁਹਾਡੇ ਨਾਲ ਗੱਲਬਾਤ ਕਰਨ ਦਾ, ਤੇ ਇਸ ਮਸਲੇ ਦੇ ਉੱਤੇ ਕੁਝ ਨਾ ਕੁਝ ਪੋਜ਼ਿਟਿਵ ਨਿਊਜ਼ ਮਿਲਣ ਦੀ ਆਸ ਰਹੇਗੀ ਸਾਨੂੰ ਗਵਰਨਮੈਂਟ ਤੋਂ ਜਾਂ ਐਡਮਿਨਿਸਟ੍ਰੇਸ਼ਨ ਦੇ ਉੱਤੇ। ਬਹੁਤ ਬਹੁਤ ਧੰਨਵਾਦ ਕਰਦਾ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹੁਣ ਸੰਗਤਾਂ ਨੂੰ ਵੀ ਇੱਕ ਅਪੀਲ ਕਰਨਾ ਚਾਹਾਂਗਾ ਕਿ ਜਿੱਦਾਂ ਆਪਾਂ ਦੇਖਦੇ ਹਾਂ ਕਿ ਇਸ ਟਾਈਮ ਜੋ ਹਾਲਾਤ ਬਣੇ ਹੋਏ ਨੇ ਕਸ਼ਮੀਰ ਦੇ ਵੱਖ-ਵੱਖ ਥਾਵਾਂ ਦੇ ਉੱਤੇ, ਸਾਡੇ ਜਿੰਨੇ ਵੀ ਨੌਜਵਾਨ ਹਨ, ਬਜ਼ੁਰਗ ਹਨ, ਜਾਂ ਉਹਨਾਂ ਦੀ ਫੈਮਿਲੀ ਦੇ ਨਾਲ ਤਾਲੁਕ ਰੱਖਣ ਵਾਲੇ ਲੋਕ ਨੇ, ਜਾਂ ਸਿੱਖ ਕਮਿਊਨਿਟੀ ਨਾਲ, ਮੈਂ ਦੇਖਿਆ ਕਾਫੀ ਫੁਟੇਜ ਸਾਨੂੰ ਵੇਖਣ ਤੋਂ ਵੀ ਮਿਲੀ ਹੈ ਕਿ ਸਾਡੇ ਜਿਹੜੇ ਕਸ਼ਮੀਰੀ ਭਾਈਚਾਰੇ ਦੇ ਲੋਕ ਨੇ ਉਹ ਵੀ ਕਾਫੀ ਜ਼ਿਆਦਾ ਫੈਮਿਲੀ ਦੇ ਨਾਲ ਮਿਲ ਕੇ ਇਸ ਪ੍ਰੋਟੈਸਟ ਦੇ ਵਿੱਚ ਆਪਣੀ ਹਾਜ਼ਰੀ ਭਰ ਰਹੇ ਸਨ। ਤੇ ਸਾਰਿਆਂ ਨੂੰ ਹੱਥ ਜੋੜ ਕੇ ਇਹੀ ਅਪੀਲ ਹੈ ਕਿ ਸਾਰਿਆਂ ਨੇ ਅਰਦਾਸ ਕਰਨੀ ਹੈ ਜਦ ਤੱਕ ਉਹਨਾਂ ਦਾ 10th ਡੇ ਨਹੀਂ ਹੋ ਜਾਂਦਾ ਜਾਂ 10ਵਾਂ ਹੁੰਦਾ ਉਹਨਾਂ ਦਾ, ਸਾਰਿਆਂ ਨੇ ਮਿਲ ਕੇ ਅਰਦਾਸ ਕਰਨੀ ਹੈ ਕਿ ਅਕਾਲ ਪੁਰਖ ਉਹਨਾਂ ਨੂੰ ਆਪਣੇ ਚਰਨਾਂ ਕਮਲਾਂ ਦਾ ਨਿਵਾਸ ਬਖਸ਼ਣ। ਅਤੇ ਐਡਮਿਨਿਸਟ੍ਰੇਸ਼ਨ ਨੂੰ ਜ਼ਰੂਰ ਤੌਰ ਤੇ ਮੰਗ ਆਪਾਂ ਵੀ ਕਰਦੇ ਹਾਂ ਆਪਣੇ ਪਲੇਟਫਾਰਮ ਤੋਂ, ਜਿਨੇ ਹੁਣ ਪਰਿਵਾਰ ਦੇ ਨਾਲ ਜੁੜੇ ਹੋਏ ਸ਼ਖਸ ਨੇ, ਕਿ ਵੱਧ ਤੋਂ ਵੱਧ ਔਰ ਜ਼ਿਆਦਾ ਤੋਂ ਜ਼ਿਆਦਾ ਜਿਹੜੀ ਗੱਲਬਾਤ ਇਸ ਮੁੱਦੇ ਦੇ ਉੱਤੇ ਰੱਖਣਾ ਸਾਨੂੰ ਲਾਜ਼ਮੀ ਜ਼ਰੂਰੀ ਵੀ ਹੈ, ਕਿ ਤਾਂ ਕਿ ਇਨ ਫਿਊਚਰ ਜਿਹੜੀ ਐਸੀ ਘਟਨਾ ਨੂੰ ਦੁਬਾਰਾ ਅੰਜਾਮ ਨਾ ਦਿੱਤਾ ਜਾਏ। ਇੱਕ ਪੋਜ਼ਿਟਿਵ ਜਿਹੜਾ ਦਿਮਾਗ ਦੇ ਵਿੱਚ ਸਾਡਾ ਇੰਟੈਂਟ ਆਉਣਾ ਚਾਹੀਦਾ ਕਿ ਜੋ ਹੁਣ ਫਿਊਚਰ ਸਾਡਾ ਸਿਕਿਉਰ ਹੈ ਕਸ਼ਮੀਰ ਦੇ ਵਿੱਚ, ਕਿਉਂਕਿ ਕਾਫੀ ਲੰਬੇ ਸਮੇਂ ਤੋਂ ਜਿਹੜਾ ਜੇ ਸਿੱਖ ਕਮਿਊਨਿਟੀ ਜਿਹੜੀ ਮਾਈਨੋਰਿਟੀ ਦੇ ਤੌਰ ਤੇ ਉੱਥੇ ਰਹਿ ਰਹੀ ਹੈ, ਤੇ ਕਾਫੀ ਅੱਛਾ ਮਾਹੌਲ ਵੀ ਉਸ ਸੁਸਾਇਟੀ ਦੇ ਵਿੱਚ ਰਹਿੰਦਾ ਹੈ। ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਹੜੇ ਇਸ ਵੇਲੇ ਲਾਈਵ ਸਾਡਾ ਇਹ ਸੈਸ਼ਨ ਦੇਖ ਰਹੇ ਸਨ। ਹੋਰ ਹੱਥ ਜੋੜ ਕੇ ਇਹੀ ਅਪੀਲ ਕਰਦਾ ਕਿ ਜਿਨ੍ਹਾਂ ਨੇ ਵੀ ਇਹ ਵੀਡੀਓ ਵੇਖੀ ਹੈ ਵੱਧ ਤੋਂ ਵੱਧ ਸ਼ੇਅਰ ਕਰਨ, ਤਾਂ ਕਿ ਐਸੇ ਇੰਟੈਲੈਕਚੁਅਲਸ ਨਾਲ ਤੁਹਾਨੂੰ ਹੋਰ ਗੱਲਬਾਤ ਕਰਾਈਏ, ਸਪੈਸ਼ਲੀ ਤੌਰ ਤੇ ਜਿਹੜੇ ਕਿ ਸਾਡੇ ਗਰਾਊਂਡ ਤੇ ਜੁੜੇ ਹੋਏ ਸ਼ਖਸ ਹਨ, ਉਹਨਾਂ ਨਾਲ ਗੱਲਬਾਤ ਕਰਾ ਸਕੀਏ, ਕਿਉਂਕਿ ਉਹਨਾਂ ਤੋਂ ਬੈਟਰ ਸ਼ਾਇਦ ਇਸ ਪ੍ਰਕਾਰ ਜਾਣਕਾਰੀ ਕੋਈ ਵੀ ਇਸ ਪਲੇਟਫਾਰਮ ਦੇ ਉੱਤੇ ਸਾਂਝੀ ਨਹੀਂ ਕਰ ਸਕੇਗਾ। ਇੰਨਾ ਹੀ ਕਹਿੰਦਾ ਹੋਇਆ ਆਪ ਜੀ ਤੋਂ ਅਲਵਿਦਾ ਮੰਗਦਾ, ਦਿਓ ਅਸੀਸਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।